ਬਹੁਤ ਹੀ ਘੱਟ ਲੋਕ ਹੁੰਦੇ ਨੇ ਜਿਹੜੇ ਰਾਜਨੀਤੀ ਵਰਗੇ ਖੇਤਰ 'ਚ ਸਤਿਕਾਰ ਕਮਾਉਂਦੇ ਨੇ, ਜਿਨ੍ਹਾਂ ਨੂੰ ਚੰਗੇ ਸਿਆਸਤਦਾਨ ਹੋਣ ਦੇ ਨਾਲ ਨਾਲ ਉਹਨਾਂ ਦੀ ਉੱਚ ਕੋਟੀ ਦੀ ਸਿੱਖਿਆ ਅਤੇ ਇਮਾਨਦਾਰੀ ਕਰਕੇ ਵੀ ਜਾਣਿਆ ਜਾਂਦਾ ਹੈ। ਅਤੇ ਜਦੋਂ ਇਹਨਾਂ ਤਮਾਮ ਗੁਣਾਂ ਤੋਂ ਬਾਅਦ ਉਹ ਆਪਣੀ ਨਿਮਰਤਾ ਲਈ ਵੀ ਸਾਰਿਆਂ ਦੇ ਚਹੇਤੇ ਹੋਣ ਤਾਂ ਇੱਕ ਤਰ੍ਹਾਂ ਨਾਲ ਪੂਰੇ ਵਿਸ਼ਵ 'ਚ ਹੀ ਉਹਨਾਂ ਨੂੰ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਇਸੇ ਤਰ੍ਹਾਂ ਦੇ ਹੀ ਵਿਰਲੇ ਸਿਆਸਤਦਾਨਾਂ ਵਿੱਚ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਹੋਣ ਦਾ ਮਾਣ ਰੱਖਣ ਵਾਲੇ ਸਰਦਾਰ ਮਨਮੋਹਨ ਸਿੰਘ ਜੀ ਹੁਣਾਂ ਦਾ ਜ਼ਿਕਰ ਆਉਂਦਾ ਹੈ। ਡਾਕਟਰ ਮਨਮੋਹਨ ਸਿੰਘ ਹੁਣਾਂ ਦਾ ਜਨਮ ਲਹਿੰਦੇ ਪੰਜਾਬ ਦੇ ਇੱਕ ਪਿੰਡ ਗਹਿ 'ਚ ਸਰਦਾਰ ਗੁਰਮੁਖ ਸਿੰਘ ਹੁਣਾਂ ਦੇ ਘਰ 26 ਸਤੰਬਰ 1932 ਨੂੰ ਹੋਇਆ। ਉਹਨਾਂ ਦੀ ਮਾਤਾ ਜੀ ਦਾ ਨਾਂ ਅੰਮ੍ਰਿਤ ਕੌਰ ਸੀ, ਪਰ ਡਾਕਟਰ ਮਨਮੋਹਨ ਸਿੰਘ ਹੁਣਾਂ ਦੇ ਬਚਪਨ ਦਾ ਇੱਕ ਦੁਖਦਾਈ ਪੱਖ ਇਹ ਸੀ ਕਿ ਬੜੀ ਛੋਟੀ ਉਮਰ 'ਚ ਹੀ ਉਹਨਾਂ ਦੇ ਮਾਤਾ ਅੰਮ੍ਰਿਤ ਕੌਰ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਏ, ਜਿਸ ਕਾਰਨ ਉਹਨਾਂ ਦੀ ਦਾਦੀ ਜੀ ਨੇ ਹੀ ਉਹਨਾਂ ਨੂੰ ਪਾਲਿਆ। ਇਸੇ ਵਜ੍ਹਾ ਕਰਕੇ ਡਾਕਟਰ ਮਨਮੋਹਨ ਸਿੰਘ ਆਪਣੀ ਦਾਦੀ ਦੇ ਭਾਵਿਕ ਤੌਰ 'ਤੇ ਬਹੁਤ ਨੇੜੇ ਸਨ। ਉਹਨਾਂ ਨੇ ਆਪਣੀ ਸਕੂਲੀ ਵਿੱਦਿਆ ਮੋਮਬੱਤੀਆਂ ਦੀ ਰੌਸ਼ਨੀ 'ਚ ਪੂਰੀ ਕੀਤੀ, ਪਰ ਸੰਨ 47 ਵਿੱਚ ਮੁਲਕ ਦੀ ਵੰਡ ਹੋਣ ਕਰਕੇ ਉਹਨਾਂ ਦਾ ਪਰਿਵਾਰ ਚੜ੍ਹਦੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਸਾਹਿਬ ਵਿਖੇ ਆਣ ਕੇ ਵਸ ਗਿਆ। ਇੱਥੇ ਹੀ ਸੰਨ 1949 ਵਿੱਚ ਉਹਨਾਂ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ 1952 ਅਤੇ 54 ਵਿੱਚ BA ਅਤੇ MA ਦੀਆਂ ਡਿਗਰੀਆਂ ਹਾਸਲ ਕੀਤੀਆਂ। 1957 ਵਿੱਚ ਉਹ ਲੰਡਨ ਚਲੇ ਗਏ, ਜਿੱਥੇ ਕੈਂਬਰਿਜ ਯੂਨੀਵਰਸਿਟੀ ਤੋਂ ਉਹਨਾਂ ਨੇ ਅਰਥ ਸ਼ਾਸਤਰ ਵਿੱਚ ਫਸਟ ਕਲਾਸ ਵਿੱਚ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਉਹ ਅਧਿਆਪਨ ਦੇ ਕਿੱਤੇ 'ਚ ਆ ਗਏ। ਉਹਨਾਂ ਨੇ ਸੀਨੀਅਰ ਲੈਕਚਰਰ ਆਫ ਇਕੋਨੋਮਿਕਸ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਟ੍ਰੇਡ ਵਿਸ਼ਾ ਇੱਕ ਪ੍ਰੋਫੈਸਰ ਦੇ ਤੌਰ 'ਤੇ ਪੜ੍ਹਾਇਆ। ਸੰਨ 1971 ਵਿੱਚ ਉਹਨਾਂ ਨੂੰ ਭਾਰਤ ਸਰਕਾਰ ਵਿੱਚ ਅਰਥ ਸਲਾਹਕਾਰ ਦੇ ਤੌਰ 'ਤੇ ਸ਼ਾਮਿਲ ਕਰ ਲਿਆ ਗਿਆ। ਆਪਣੇ ਵਿਸ਼ੇ 'ਚ ਮਾਹਿਰ ਹੋਣ ਕਰਕੇ ਉਹ ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੋਂ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਦੇ ਤੌਰ 'ਤੇ ਵੀ ਨਿਯੁਕਤ ਹੋਏ। 1991 ਤੋਂ 1996 ਤੱਕ ਉਹ ਦੇਸ਼ ਦੇ ਵਿੱਤ ਮੰਤਰੀ ਰਹੇ। ਇਸ ਅਹੁਦੇ ਲਈ ਉਹਨਾਂ ਦੀ ਨਿਯੁਕਤੀ PV ਨਰਸਿਮਹਾ ਰਾਓ ਜੀ ਵੱਲੋਂ ਕੀਤੀ ਗਈ ਸੀ। ਡਾਕਟਰ ਮਨਮੋਹਨ ਸਿੰਘ ਹੁਣਾਂ ਦੁਆਰਾ ਬ੍ਰਿਟਿਸ਼ ਜਰਨਲਿਸਟ ਮਾਰਕ ਤੁਲੀ ਨੂੰ ਦਿੱਤੀ ਇੰਟਰਵਿਊ ਮੁਤਾਬਿਕ ਜਦੋਂ ਉਹਨਾਂ ਨੂੰ PV ਨਰਸਿਮਹਾ ਰਾਓ ਜੀ ਦਾ ਇਹ ਸੁਨੇਹਾ ਮਿਲਿਆ ਤਾਂ ਉਹਨਾਂ ਨੇ ਇਸ ਨੂੰ ਸੰਜੀਦਗੀ ਨਾਲ ਨਾ ਲਿਆ, ਪਰ ਜਦੋਂ ਦੂਸਰੇ ਹੀ ਦਿਨ ਉਹਨਾਂ ਨੂੰ PV ਨਰਸਿਮਹਾ ਜੀ ਦਾ ਸਿੱਧਾ ਫੋਨ ਆਇਆ ਅਤੇ ਛੇਤੀ ਤੋਂ ਛੇਤੀ ਤਿਆਰ ਹੋ ਕੇ 12 ਵਜੇ ਤੱਕ ਰਾਸ਼ਟਰਪਤੀ ਭਵਨ ਪਹੁੰਚਣ ਲਈ ਕਿਹਾ ਗਿਆ ਤਾਂ ਮਨਮੋਹਨ ਸਿੰਘ ਹੋਰੀ ਜਲਦ ਤਿਆਰ ਹੋ ਕੇ ਉੱਥੇ ਪਹੁੰਚ ਗਏ। ਉਹਨਾਂ ਮੁਤਾਬਿਕ ਇਸ ਤਰ੍ਹਾਂ ਉਹਨਾਂ ਦਾ ਰਾਜਨੀਤੀ ਵਿੱਚ ਪ੍ਰਵੇਸ਼ ਹੋਇਆ। ਜਦੋਂ ਡਾਕਟਰ ਮਨਮੋਹਨ ਸਿੰਘ ਹੁਣਾਂ ਦੇ ਪਰਿਵਾਰ ਵਾਲਿਆਂ ਉਹਨਾਂ ਲਈ ਰਿਸ਼ਤਾ ਵੇਖਣਾ ਸ਼ੁਰੂ ਕੀਤਾ ਤਾਂ ਸ਼ਰਮੀਲਾ ਸੁਭਾਅ ਹੋਣ ਕਰਕੇ ਉਹਨਾਂ ਨੇ ਇਸ ਦੀ ਪੂਰੀ ਜ਼ਿੰਮੇਵਾਰੀ ਆਪਣੇ ਪਰਿਵਾਰ ਨੂੰ ਹੀ ਦਿੱਤੀ ਕਿ ਉਹ ਪਰਿਵਾਰ ਦੀ ਪਸੰਦ ਮੁਤਾਬਿਕ ਹੀ ਵਿਆਹ ਕਰਵਾਉਣਾ ਚਾਹੁੰਦੇ ਨੇ। ਇਸ ਤਰ੍ਹਾਂ 1958 ਵਿੱਚ ਉਹਨਾਂ ਦਾ ਵਿਆਹ ਗੁਰਸ਼ਰਨ ਕੌਰ ਜੀ ਨਾਲ ਹੋਇਆ। ਗੁਰਸ਼ਰਨ ਕੌਰ ਜੀ ਨੂੰ ਬਹੁਤ ਧਾਰਮਿਕ ਖਿਆਲਾਂ ਵਾਲੇ ਕਿਹਾ ਜਾਂਦਾ ਹੈ। ਉਹਨਾਂ ਦੀਆਂ 3 ਧੀਆਂ ਉਪਿੰਦਰ ਸਿੰਘ, ਦਮਨ ਸਿੰਘ ਅਤੇ ਅੰਮ੍ਰਿਤ ਸਿੰਘ ਨੇ। ਉਹਨਾਂ ਦੀਆਂ ਤਿੰਨੋਂ ਧੀਆਂ ਨਾਮਵਰ ਲਿਖਾਰੀ ਹੋਣ ਦਾ ਮਾਣ ਰੱਖਦੀਆਂ ਨੇ। ਉਹਨਾਂ ਦੀ ਧੀ ਉਪਿੰਦਰ ਸਿੰਘ ਦਿੱਲੀ ਯੂਨੀਵਰਸਿਟੀ 'ਚ ਹਿਸਟਰੀ ਦੇ ਪ੍ਰੋਫੈਸਰ ਨੇ ਅਤੇ ਹੁਣ ਤੱਕ 6 ਕਿਤਾਬਾਂ ਲਿਖ ਚੁੱਕੇ ਨੇ। ਉਹਨਾਂ ਦੀ ਧੀ ਦਮਨ ਸਿੰਘ ਦੁਆਰਾ ਵੀ ਡਾਕਟਰ ਮਨਮੋਹਨ ਸਿੰਘ ਹੁਰਾਂ ਦੀ ਜੀਵਨੀ ਤੇ ਇੱਕ ਕਿਤਾਬ ਸਟ੍ਰਿਕਟਲੀ ਪਰਸਨਲ ਲਿਖ ਚੁੱਕੇ ਨੇ, ਜਿਸ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਉਹਨਾਂ ਨੇ ਬੇਹੱਦ ਸ਼ਾਂਤ ਅਤੇ ਨਿਮਰ ਰਹਿਣ ਵਾਲੇ ਪਿਤਾ ਨੂੰ ਕਈ ਵਾਰ ਕਈ ਚੀਜ਼ਾਂ ਤੇ ਬੇਹੱਦ ਗੁੱਸੇ ਹੁੰਦੇ ਵੀ ਵੇਖਿਆ। ਇਸੇ ਤਰ੍ਹਾਂ ਇੱਕ ਵਾਰ ਮੰਤਰੀ ਲਲਿਤ ਮਿਸ਼ਰਾ ਕਿਸੇ ਗੱਲੋਂ ਮਨਮੋਹਨ ਸਿੰਘ ਹੁਰਾਂ ਨਾਲ ਨਾਰਾਜ਼ ਹੋ ਗਏ ਤਾਂ ਮਨਮੋਹਨ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣੇ ਅਧਿਆਪਨ ਦੇ ਕਿੱਤੇ 'ਚ ਵਾਪਸ ਚਲੇ ਜਾਣਗੇ। ਜਦੋਂ ਉਹਨਾਂ ਦੇ ਇਸ ਫੈਸਲੇ ਦਾ ਪਤਾ ਉਸ ਸਮੇਂ ਦੇ ਮੌਜੂਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੱਗਿਆ ਤਾਂ ਉਹਨਾਂ ਦੇ ਸਕੱਤਰ PN ਹਕਸਰ ਨੇ ਮਨਮੋਹਨ ਸਿੰਘ ਹੁਣਾਂ ਨੂੰ ਤਰੱਕੀ ਦਿੰਦਿਆਂ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਦਾ ਅਹੁਦਾ ਆਫਰ ਕੀਤਾ। ਵਿਰੋਧੀ ਪਾਰਟੀ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਜੀ ਨਾਲ ਵੀ ਮਨਮੋਹਨ ਸਿੰਘ ਜੀ ਦੀ ਗੂੜੀ ਸਾਂਝ ਸੀ। ਅਸਲ ਵਿੱਚ ਉਹਨਾਂ ਦੋਵਾਂ ਵਿਚਾਲੇ ਇਹ ਸਾਂਝ ਵੀ ਇੱਕ ਘਟਨਾ ਵਾਪਰਨ ਤੋਂ ਬਾਅਦ ਹੀ ਬਣੀ। NM ਘਟਾਟੇ ਇੱਕ ਖਾਸ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਦੇ ਨੇ ਕਿ 1991 ਵਿੱਚ ਬਜਟ ਇਜਲਾਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਹੁਣਾਂ ਨੇ ਬਜਟ ਦੀ ਇੰਨੀ ਤਿੱਖੀ ਆਲੋਚਨਾ ਕੀਤੀ ਕਿ ਮਨਮੋਹਨ ਸਿੰਘ ਹੁਣਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਸੋਚ ਲਿਆ। ਪਰ ਜਦੋਂ ਨਰਸਿਮਹਾ ਰਾਓ ਜੀ ਨੇ ਇਸ ਗੱਲ ਦਾ ਜ਼ਿਕਰ ਅਟਲ ਬਿਹਾਰੀ ਵਾਜਪਾਈ ਹੁਣਾਂ ਨਾਲ ਕੀਤਾ ਤਾਂ ਉਹਨਾਂ ਨੇ ਬੜੇ ਨਰਮ ਲਹਿਜੇ 'ਚ ਮਨਮੋਹਨ ਸਿੰਘ ਨੂੰ ਫੋਨ ਕਰਕੇ ਕਿਹਾ ਸੀ ਕਿ ਕਿਸੇ ਵੀ ਆਲੋਚਨਾ ਨੂੰ ਸਿਰਫ ਆਲੋਚਨਾ ਦੇ ਤੌਰ 'ਤੇ ਵੇਖੋ, ਖਾਸ ਕਰ ਰਾਜਨੀਤਿਕ ਆਲੋਚਨਾ ਨੂੰ। ਇਸ ਨੂੰ ਨਿੱਜੀ ਆਲੋਚਨਾ ਦੇ ਤੌਰ 'ਤੇ ਕਦੀ ਨਹੀਂ ਸੋਚਣਾ। ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਅਤੇ ਅਟਲ ਬਿਹਾਰੀ ਵਾਜਪਾਈ ਹੁਣਾਂ ਵਿਚਕਾਰ ਸਨੇਹ ਅਤੇ ਸਤਿਕਾਰ ਦਾ ਇੱਕ ਖੂਬਸੂਰਤ ਰਿਸ਼ਤਾ ਬਣ ਗਿਆ। ਡਾਕਟਰ ਮਨਮੋਹਨ ਸਿੰਘ ਹੁਣਾਂ 'ਤੇ ਕਿਤਾਬ ਲਿਖਣ ਵਾਲੇ ਸੰਜੇ ਬਾਰੂ ਉਹਨਾਂ ਦੀਆਂ ਕੁਝ ਦਿਲਚਸਪ ਗੱਲਾਂ ਦੱਸਦੇ ਹੋਏ ਲਿਖਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਬੇਹੱਦ ਸੰਜੀਦਾ ਅਤੇ ਸ਼ਰਮੀਲੇ ਸੁਭਾਅ ਦੇ ਘੱਟ ਬੋਲਣ ਵਾਲੇ ਵਿਅਕਤੀ ਨੇ।
ਉਹ ਹਮੇਸ਼ਾ ਵੱਧ ਬੋਲਣ ਵਾਲੇ ਵਿਅਕਤੀਆਂ ਨੂੰ ਮਿਲ ਕੇ ਖੁਸ਼ ਹੁੰਦੇ ਸਨ ਤਾਂ ਜੋ ਉਹਨਾਂ ਨੂੰ ਆਪ ਬਹੁਤੀਆਂ ਗੱਲਾਂ ਨਾ ਕਰਨੀਆਂ ਪੈਣ। ਜਦੋਂ ਵੀ ਉਹਨਾਂ ਦਾ ਮਿਲਣਾ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਗਾਰਡਨ ਬਰਾਊਨ ਅਤੇ ਚੀਨ ਦੇ ਪ੍ਰਧਾਨ ਮੰਤਰੀ ਹੂ ਜਿਨਤਾਓ ਨਾਲ ਹੁੰਦਾ ਤਾਂ ਉਹਨਾਂ ਦੋਵਾਂ ਦੇ ਵੀ ਘੱਟ ਬੋਲਣ ਵਾਲੇ ਹੋਣ ਕਾਰਨ ਡਾਕਟਰ ਮਨਮੋਹਨ ਸਿੰਘ ਬੜਾ ਔਖਾ ਜਿਹਾ ਮਹਿਸੂਸ ਕਰਦੇ ਸਨ। ਪਰ ਜਦੋਂ ਉਹਨਾਂ ਦਾ ਮਿਲਣਾ ਕਿਸੇ ਅਜਿਹੇ ਵਿਅਕਤੀ ਨਾਲ ਹੁੰਦਾ ਜੋ ਬਹੁਤ ਵਧੀਆ ਬੁਲਾਰਾ ਹੁੰਦਾ ਤਾਂ ਉਹ ਖੁਸ਼ ਹੋ ਜਾਂਦੇ ਸਨ ਕਿ ਹੁਣ ਮੈਨੂੰ ਘੱਟ ਬੋਲਣਾ ਪਵੇਗਾ। ਇਸੇ ਕਰਕੇ ਉਹਨਾਂ ਨੂੰ ਅਫਗਾਨਿਸਤਾਨ ਦੇ ਰਾਸ਼ਟਰਪਤੀ ਕਰਜ਼ਾਈ ਨੂੰ ਮਿਲ ਕੇ ਬਹੁਤ ਖੁਸ਼ੀ ਹੁੰਦੀ ਸੀ ਕਿਉਂਕਿ ਉਹ ਬਹੁਤ ਬੋਲਦੇ ਸਨ ਅਤੇ ਡਾਕਟਰ ਮਨਮੋਹਨ ਸਿੰਘ ਇਸ ਕਰਕੇ ਖੁਸ਼ ਹੁੰਦੇ ਕਿ ਉਹਨਾਂ ਨੂੰ ਘੱਟ ਬੋਲਣਾ ਪੈ ਰਿਹਾ। ਇਸੇ ਤਰ੍ਹਾਂ ਦਮਨ ਸਿੰਘ ਉਹਨਾਂ 'ਤੇ ਲਿਖੀ ਕਿਤਾਬ ਵਿੱਚ ਲਿਖਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਜੀ ਨੂੰ ਅੰਡਾ ਤੱਕ ਵੀ ਉਬਾਲਣਾ ਨਹੀਂ ਆਉਂਦਾ ਅਤੇ ਉਹਨਾਂ ਨੇ ਕਦੇ ਵੀ ਆਪਣੇ ਪਰਿਵਾਰ ਲਈ ਕਿਸੇ ਵੀ ਸਰਕਾਰੀ ਸਹੂਲਤ ਦੀ ਵਰਤੋਂ ਨਹੀਂ ਕੀਤੀ। ਇਸ ਤੋਂ ਇਲਾਵਾ ਉਹ ਲਿਖਦੀ ਹੈ ਕਿ ਹਰ 2 ਮਹੀਨੇ ਬਾਅਦ ਅਸੀਂ ਬਾਹਰ ਖਾਣਾ ਖਾਣ ਜਾਂਦੇ ਸੀ, ਜਾਂ ਤਾਂ ਅਸੀਂ ਕਮਲਾ ਨਗਰ ਦੀ ਕ੍ਰਿਸ਼ਨਾ ਸਵੀਟਸ ਤੇ ਦੱਖਣੀ ਭਾਰਤੀ ਖਾਣਾ ਖਾਂਦੇ ਜਾਂ ਕਦੇ-ਕਦੇ ਦਰਿਆਗੰਜ ਦੇ ਤੰਦੂਰ ਤੇ ਮੁਗਲਈ ਖਾਣਾ। ਚੀਨੀ ਖਾਣੇ ਲਈ ਅਸੀਂ ਮਾਲਚਾ ਰੋਡ ਤੇ ਫੂਜ਼ੀਆ ਰੈਸਟੋਰੈਂਟ ਜਾਂਦੇ ਸੀ ਅਤੇ ਚਾਟ ਖਾਣ ਲਈ ਸਾਡੀ ਪਹਿਲੀ ਪਸੰਦ ਹੁੰਦੀ ਸੀ ਬੰਗਾਲੀ ਮਾਰਕੀਟ। ਦਮਨ ਸਿੰਘ ਲਿਖਦੇ ਨੇ ਕਿ ਜਦੋਂ ਉਹ ਪਿਤਾ ਹੁੰਦੇ ਤਾਂ ਆਮ ਪਿਤਾ ਵਰਗੇ ਹੀ ਹੁੰਦੇ ਸਨ, ਉਹਨਾਂ 'ਚ ਕਦੇ ਵੀ ਪ੍ਰਧਾਨ ਮੰਤਰੀ ਵਰਗਾ ਕੁਝ ਵੀ ਨਹੀਂ ਸੀ ਹੁੰਦਾ। ਇਸ ਤੋਂ ਇਲਾਵਾ ਡਾਕਟਰ ਮਨਮੋਹਨ ਸਿੰਘ ਹੁਣਾਂ ਬਾਰੇ ਕਈ ਦਿਲਚਸਪ ਗੱਲਾਂ ਜੋ ਬੇਹੱਦ ਮਸ਼ਹੂਰ ਨੇ ਕਿ ਡਾਕਟਰ ਸਾਹਿਬ ਸ਼ੁਰੂਆਤ 'ਚ ਆਪਣੇ ਭਾਸ਼ਣ ਦੀ ਕਈ ਵਾਰ ਪ੍ਰੈਕਟਿਸ ਕਰਿਆ ਕਰਦੇ ਸਨ ਕਿਉਂਕਿ ਉਹਨਾਂ ਨੂੰ ਇਸ ਦਾ ਤਜਰਬਾ ਨਹੀਂ ਸੀ। ਹਿੰਦੀ ਨਾ ਆਉਣ ਕਰਕੇ ਉਹ ਆਪਣਾ ਭਾਸ਼ਣ ਗੁਰਮੁਖੀ ਜਾਂ ਅੰਗਰੇਜ਼ੀ ਵਿੱਚ ਲਿਖਦੇ ਸਨ। ਉਹਨਾਂ ਦੀ ਬਹੁਤ ਤੇਜ਼ ਤੁਰਨ ਦੀ ਆਦਤ ਦਾ ਵੀ ਦਮਨ ਸਿੰਘ ਅਤੇ ਸੰਜੇ ਬਾਰੂ ਜੀ ਆਪਣੀਆਂ ਕਿਤਾਬਾਂ 'ਚ ਜ਼ਿਕਰ ਕਰਦੇ ਨੇ। ਆਪਣੀਆਂ ਬਹੁਤ ਸਾਰੀਆਂ ਖੂਬੀਆਂ ਅਤੇ ਉੱਚ ਕੋਟੀ ਦੀ ਸਿੱਖਿਆ ਪ੍ਰਾਪਤ ਵੱਖ-ਵੱਖ ਵੱਡੇ-ਵੱਡੇ ਅਹੁਦਿਆਂ 'ਤੇ ਰਹੇ ਮਨਮੋਹਨ ਸਿੰਘ ਜੀ ਨੂੰ ਇੱਕ ਬੇਹੱਦ ਇਮਾਨਦਾਰ ਨੇਤਾ ਦੇ ਤੌਰ 'ਤੇ ਪੂਰੇ ਵਿਸ਼ਵ ਵਿੱਚ ਸਨਮਾਨ ਦਿੱਤਾ ਜਾਂਦਾ ਹੈ। ਨਿਊਜ਼ਵੀਕ ਪੱਤਰਿਕਾ ਨੇ ਜਦੋਂ ਦੁਨੀਆ ਭਰ ਦੇ ਸਭ ਤੋਂ ਸਨਮਾਨਿਤ ਨੇਤਾਵਾਂ ਦੀ ਸੂਚੀ ਤਿਆਰ ਕੀਤੀ ਤਾਂ ਡੇਵਿਡ ਕੈਮਰੂਨ, ਨਿਕੋਲਸ ਸਰਕੋਜ਼ੀ ਵਰਗੇ ਨੇਤਾਵਾਂ ਨੂੰ ਪਿੱਛਾਂ ਰੱਖਦਿਆਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਪਹਿਲੇ ਸਥਾਨ 'ਤੇ ਰੱਖਿਆ ਗਿਆ, ਜੋ ਕਿ ਆਪਣੇ ਆਪ 'ਚ ਇੱਕ ਵੱਡਾ ਸਨਮਾਨ ਹੈ। ਜੇ ਪੰਜਾਬੀ ਲਹਿਜ਼ੇ 'ਚ ਸਤਿਕਾਰ ਅਤੇ ਮੋਹ ਨਾਲ ਕਿਹਾ ਜਾਵੇ ਤਾਂ ਡਾਕਟਰ ਮਨਮੋਹਨ ਸਿੰਘ ਗੁਣਾਂ ਦੀ ਗੁਥਲੀ ਨੇ। ਇਹੋ ਜਿਹੇ ਨੇਤਾਵਾਂ ਦੀ ਸਰਪ੍ਰਸਤੀ 'ਚ ਕਿਸੇ ਵੀ ਦੇਸ਼ ਦਾ ਭਵਿੱਖ ਕਦੇ ਵੀ ਧੁੰਦਲਾ ਨਹੀਂ ਹੋ ਸਕਦਾ।